आज कोई घबराने की जरूरत नहीं है। आज मैं अपना भाषण वो अदानी जी पे नहीं बोलने जा रहा हूं। कनैक्ट FM ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਅੱਜ 9 ਅਗਸਤ ਆ ਤੇ ਮੈਨੂੰ 1942 ਦੀ 9 ਅਗਸਤ ਉਦੋਂ ਯਾਦ ਆ ਜਾਂਦੀ ਹੈ ਕਿਉਂਕਿ ਇਸੇ ਦਿਨ ਕੁਇਟ ਇੰਡੀਆ ਮੂਵਮੈਂਟ ਉਹ ਅੰਦੋਲਨ ਛਿੜਿਆ ਸੀ ਜਿਹਨੂੰ ਆਪਾਂ ਕਹਿੰਦੇ ਆ ਅੰਗਰੇਜ਼ੋ ਭਾਰਤ ਛੱਡੋ, ਕੁਇਟ ਇੰਡੀਆ। ਤੇ ਅੱਜ ਕੱਲ ਇਹਦੀ ਗੱਲ ਇਸ ਕਰਕੇ ਵੀ ਹੋ ਰਹੀ ਆ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੀ ਬਹੁਤ ਗੱਲ ਕਰਦੇ ਆ। ਬਾਰ-ਬਾਰ ਉਹ ਕਹਿੰਦੇ ਨੇ, ਖਾਸ ਕਰਕੇ ਕਹਿ ਤਾਂ ਰਹੇ ਨੇ ਉਹ ਨਵੇਂ ਅਲਾਇੰਸ ਦੇ ਸੰਦਰਭ ਦੇ ਵਿੱਚ ਕਹਿ ਤਾਂ ਰਹੇ ਨੇ ਜਿਹੜਾ ਨਵਾਂ ਅਲਾਇੰਸ ਬਣਿਆ ਜਿਹਦਾ ਨਾਂ ਇੰਡੀਆ ਰੱਖਿਆ ਵਿਰੋਧੀ ਪਾਰਟੀਆਂ ਦਾ, ਬੇਸਿਕਲੀ ਤਾਂ ਉਹਨਾਂ ਬਾਰੇ ਕਹਿ ਰਹੇ ਆ ਕੁਇਟ ਇੰਡੀਆ। ਤੇ ਨਾਲ ਦੀ ਨਾਲ ਇੱਕ ਗੱਲ ਹੋਰ ਕਹਿ ਰਹੇ ਆ, ਉਹ ਕਹਿ ਰਹੇ ਆ ਕਰਪਸ਼ਨ ਕੁਇਟ ਕਰੋ, ਬੇਈਮਾਨੀ ਕੁਇਟ ਕਰੋ ਜਾਂ ਜਿੰਨੀਆਂ ਸਮਾਜ ਦੀਆਂ ਬੁਰਾਈਆਂ ਉਹਨਾਂ ਨੂੰ ਕੁਇਟ ਕਰੋ। ਠੀਕ ਗੱਲ ਲੱਗਦੀ ਆ। ਇਹ ਇੱਕ ਤਰ੍ਹਾਂ ਦੇ ਸਿਆਸੀ ਭਾਸ਼ਣ ਹੋ ਸਕਦੇ ਆ, ਪਰ ਥੋੜਾ ਜਿਹਾ ਮੈਂ ਤੁਹਾਨੂੰ ਜ਼ਰੂਰ ਦੱਸੂਗਾ। ਇਹ 8 ਅਗਸਤ 1942 ਦੀ ਗੱਲ ਆ ਜਦੋਂ ਬੰਬੇ ਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੀਟਿੰਗ ਹੁੰਦੀ ਆ, ਬੈਠਕ ਹੁੰਦੀ ਆ। ਮੋਹਨਦਾਸ ਕਰਮਚੰਦ ਗਾਂਧੀ, ਜਿਹਨਾਂ ਨੂੰ ਆਪਾਂ ਮਹਾਤਮਾ ਗਾਂਧੀ ਕਹਿ ਦਿੰਦੇ ਆ, ਇਹਨਾਂ ਨੇ ਉੱਥੇ ਇੱਕ ਫੈਸਲਾ ਲਿਆ ਕਿ 9 ਅਗਸਤ ਤੋਂ ਅਸੀਂ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕਰਾਂਗੇ ਤੇ ਸਾਰੇ ਭਾਰਤੀ ਜਾਂ ਜਿੰਨੇ ਵੀ ਆਜ਼ਾਦੀ ਘੁਲਾਟੀਏ ਨੇ ਇਹਦੇ ਵਿੱਚ ਹਿੱਸਾ ਲੈਣ। ਖੈਰ ਅਗਲੇ ਦਿਨ ਜਵਾਹਰ ਲਾਲ ਨਹਿਰੂ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਜਾਂਦਾ, ਨਾਲ ਦੀ ਨਾਲ ਮੋਹਨਦਾਸ ਕਰਮਚੰਦ ਗਾਂਧੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ, ਹੋਰ ਬਹੁਤ ਸਾਰੇ ਜਿਹੜੇ ਲੀਡਰ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਪਰ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਪਿਛਲੇ ਦਿਨਾਂ ਦੇ ਵਿੱਚ ਮੱਲਿਕਾ ਅਰਜੁਨ ਖੜਗੇ ਉਹ ਕਹਿੰਦੇ ਕਿ ਇਹ ਕੁਇਟ ਇੰਡੀਆ ਦੀ ਬੜੀ ਗੱਲ ਕਰਦੇ ਆ ਭਾਰਤੀ ਜਨਤਾ ਪਾਰਟੀ। ਕਦੇ ਇਹਨਾਂ ਨੂੰ ਪੁੱਛੋ ਕਿ ਜਿਹੜੀ ਇਹਨਾਂ ਦੀ RSS ਆ, ਰਾਸ਼ਟਰੀ ਸਵੈਮ ਸੇਵਕ ਸੰਘ, ਇਹਨਾਂ ਨੇ ਤਾਂ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ ਭਾਗ ਲਿਆ ਹੀ ਨਹੀਂ। ਇਹਨਾਂ ਨੇ ਤਾਂ ਵੈਸੇ ਵੀ ਆਜ਼ਾਦੀ ਦੇ ਵਿੱਚ ਭਾਗ ਨਹੀਂ ਲਿਆ ਤੇ ਅੱਜ ਕੱਲ੍ਹ ਆਪਣੇ ਆਪ ਨੂੰ ਬੜੇ ਇਹ ਦੇਸ਼ ਭਗਤ ਦੱਸਦੇ ਆ। ਮੈਨੂੰ ਕੁਛ ਯਾਦ ਆਇਆ ਤੇ ਫਿਰ ਉਹ ਗੱਲਾਂ ਕੱਢੀਆਂ ਗਈਆਂ। ਇਹਨਾਂ ਦੇ ਜਿਹੜੇ ਕੇਸ਼ਵ ਬਲੀਰਾਮ ਹੈਡਗਵਾਰ ਸੀ ਜਿਨ੍ਹਾਂ ਨੇ 1925 ਦੇ ਵਿੱਚ RSS ਬਣਾਈ ਸੀ, ਉਹਨਾਂ ਦੀ ਗੱਲ ਕਰ ਲਓ, ਜਾਂ ਬਾਅਦ ਦੇ ਵਿੱਚ ਜਿਨ੍ਹਾਂ ਨੂੰ ਮਾਧਵ ਸਦਾਸ਼ਿਵ ਰਾਓ ਗੋਲਵਲਕਰ ਕਹਿੰਦੇ ਆ। ਗੋਲਵਲਕਰ ਨੇ ਤਾਂ ਹਮੇਸ਼ਾ ਹੀ ਇਹ ਗੱਲ ਕਹੀ ਆ ਕਿ ਅਸੀਂ ਫਰੀडम ਮੂਵਮੈਂਟ ਦੇ ਵਿੱਚ ਹਿੱਸਾ ਨਹੀਂ ਲੈਣਾ। ਇਹ ਵੀ ਗੱਲ ਆ, ਬੜੇ ਹਿਸਟੋਰੀਅਨਸ ਨੇ ਇਹ ਗੱਲ ਕਹੀ ਆ। ਤੇ ਇੱਥੋਂ ਤੱਕ ਕਿ ਜਿਹੜੇ ਵਿਨਾਇਕ ਦਮੋਦਰ ਸਾਵਰਕਰ ਨੇ, ਉਹਨਾਂ ਨੇ ਤਾਂ ਇੱਥੋਂ ਤੱਕ ਲੋਕਾਂ ਨੂੰ ਕਿਹਾ ਸੀ ਕਿ ਬ੍ਰਿਟਿਸ਼ ਆਰਮੀ ਦੇ ਵਿੱਚ ਜਾਓ, ਉਹਨਾਂ ਦੇ ਨਾਲ ਜਾਓ, ਜਾਂ ਤੁਸੀਂ ਆਰਡੀਨੈਂਸ ਫੈਕਟਰੀਜ਼ ਦੇ ਵਿੱਚ ਜਾਓ, ਤੁਸੀਂ ਅੰਗਰੇਜ਼ਾਂ ਦਾ ਸਾਥ ਦਿਓ। ਔਰ ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਊਗੀ ਕਿ ਜਿਹੜੀ ਉਸ ਵਕਤ ਦੀ ਜਿਹੜੀ ਬੰਬੇ ਦੀ ਸਰਕਾਰ ਸੀ, ਕਿਉਂਕਿ ਬੰਬੇ ਪ੍ਰੈਜ਼ੀਡੈਂਸੀ ਸੀ, ਬੰਬੇ ਸਰਕਾਰ ਨੇ RSS ਦਾ ਜਾਂ ਇਸ ਤਰ੍ਹਾਂ ਦੀਆਂ ਹਿੰਦੂ ਜਥੇਬੰਦੀਆਂ ਦਾ ਸ਼ੁਕਰੀਆ ਅਦਾ ਕੀਤਾ ਸੀ। ਕਹਿੰਦੇ ਤੁਸੀਂ ਕਾਨੂੰਨ ਨਹੀਂ ਤੋੜਿਆ, ਤੁਸੀਂ ਸਾਡੇ ਨਾਲ ਹੋ, ਇਸ ਕਰਕੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ। ਇਸ ਤਰ੍ਹਾਂ ਦੀਆਂ ਗੱਲਾਂ ਹੁਣ ਇੱਕ ਵਾਰੀ ਫੇਰ ਸ਼ੁਰੂ ਹੋ ਰਹੀਆਂ ਨੇ। ਪਰ ਜਿਹੜੀ ਮੈਂ ਤੁਹਾਨੂੰ ਅੱਜ ਗੱਲ ਦੱਸਣੀ ਆ ਉਹ ਹੋਰ ਵੀ ਅਹਿਮ ਆ। ਉਹ ਇਹ ਆ ਕਿ ਇਸ ਸਾਰੇ ਮਾਹੌਲ ਦੇ ਵਿੱਚ ਅੱਜ ਰਾਹੁਲ ਗਾਂਧੀ ਨੇ ਆਪਣੀ ਸਪੀਚ ਦਿੱਤੀ। 137 ਦਿਨਾਂ ਦੇ ਬਾਅਦ ਉਹਨਾਂ ਦੀ ਮੈਂਬਰਸ਼ਿਪ ਦੀ ਬਹਾਲੀ ਹੁੰਦੀ ਆ। 137 ਦਿਨਾਂ ਤੱਕ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਸੀ ਉਹ ਖਾਰਿਜ ਰਹੀ ਆ ਤੇ ਆਖਿਰਕਾਰ ਸੁਪਰੀਮ ਕੋਰਟ ਨੇ ਜਦੋਂ ਉਹਨਾਂ ਦੀ ਸਜ਼ਾ ਤੇ ਰੋਕ ਲਾਤੀ, ਉਸ ਤੋਂ ਬਾਅਦ ਬਹਾਲੀ ਹੁੰਦੀ ਆ। ਇੱਥੇ ਵੀ ਝੋਲ ਆ। ਇਹ ਤੁਸੀਂ ਦੇਖੋਗੇ ਕਿ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਆ ਉਹ ਵੱਖਰੇ ਵੱਖਰੇ ਫੈਸਲੇ ਕਿਉਂ ਲੈਂਦਾ। ਇੱਕ ਭਾਰਤੀ ਜਨਤਾ ਪਾਰਟੀ ਦੇ MP ਨੇ ਇਟਾਵਾ ਤੋਂ, ਇਹਨਾਂ ਦਾ ਨਾਮ ਹੈ ਰਾਮ ਸ਼ੰਕਰ ਕਥੇਰੀਆ। ਇਹਨਾਂ ਦੀ ਬੀਤੇ ਸ਼ਨੀਚਰਵਾਰ ਨੂੰ, ਪਿਛਲੇ ਸ਼ਨੀਚਰਵਾਰ ਹੀ ਬੀਤੇ ਸ਼ਨੀਚਰਵਾਰ ਨੂੰ ਇਹਨਾਂ ਦੀ ਕਨਵਿਕਸ਼ਨ ਹੋ ਗਈ, ਇਹਨਾਂ ਨੂੰ 2 ਸਾਲਾਂ ਦੀ ਸਜ਼ਾ ਹੋ ਗਈ ਤੇ ਸਾਰਿਆਂ ਨੂੰ ਲੱਗਦਾ ਸੀ ਕਿ ਕੀ ਇਹਨਾਂ ਦੀ ਵੀ ਮੈਂਬਰਸ਼ਿਪ ਜਾਊਗੀ। ਤੁਸੀਂ ਦੇਖੋ ਸ਼ਨੀਚਰਵਾਰ ਨੂੰ, ਬੀਤੇ ਸ਼ਨੀਚਰਵਾਰ ਨੂੰ ਸਜ਼ਾ ਹੁੰਦੀ ਆ ਤੇ ਹੁਣੇ ਸੋਮਵਾਰ ਨੂੰ ਇਹ ਸਜ਼ਾ ਤੇ ਰੋਕ ਵੀ ਲੱਗ ਜਾਂਦੀ ਹੈ। ਯਾਨੀ ਕਿ ਇਹਨਾਂ ਦੀ ਕਿਸੇ ਤਰ੍ਹਾਂ ਦੀ ਮੈਂਬਰਸ਼ਿਪ ਤੇ ਕੋਈ ਸਵਾਲ ਨਹੀਂ ਖੜਾ ਹੁੰਦਾ ਤੇ ਨਾ ਹੀ ਇਹਨਾਂ ਦੀ ਮੈਂਬਰਸ਼ਿਪ ਖਾਰਿਜ ਹੁੰਦੀ ਆ। ਇੱਕ ਹੋਰ MP ਨੇ ਮੁਹੰਮਦ ਫੈਜ਼ਲ, ਇਹ ਲਕਸ਼ਦਵੀਪ ਤੋਂ ਨੇ ਪਰ ਇਹ NCP ਦੇ ਨੇ, ਨੈਸ਼ਨਲਿਸਟ ਕਾਂਗਰਸ ਪਾਰਟੀ ਦੇ NCP ਦੇ। ਇਹਨਾਂ ਨੂੰ 13 ਜਨਵਰੀ ਨੂੰ ਸਜ਼ਾ ਹੋ ਜਾਂਦੀ ਆ 10 ਸਾਲਾਂ ਦੀ। ਕੋਈ ਪੁਰਾਣਾ ਕੇਸ ਹੁੰਦਾ ਇਹਨਾਂ ਦਾ, ਉਸ ਦੇ ਵਿੱਚ 10 ਸਾਲਾਂ ਦੀ ਕੈਦ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਖਾਰਿਜ ਕਰ ਦਿੱਤੀ ਜਾਂਦੀ ਹੈ।
ਲੋਕ ਸਭਾ ਖਾਰਿਜ ਕਰ ਦਿੰਦਾ। 25 ਜਨਵਰੀ ਨੂੰ ਕੇਰਲ ਹਾਈ ਕੋਰਟ ਉਸ ਕਨਵਿਕਸ਼ਨ ਤੇ ਸਟੇ ਲਾ ਦਿੰਦਾ। ਪਰ ਤੁਸੀਂ ਦੇਖੋ 2 ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਲੱਗ ਜਾਂਦਾ ਜਦੋਂ ਮੁਹੰਮਦ ਫੈਜ਼ਲ ਦੀ ਉਹ ਮੈਂਬਰਸ਼ਿਪ ਬਹਾਲ ਹੁੰਦੀ ਹੈ, ਕਿਉਂਕਿ 29 ਮਾਰਚ ਨੂੰ ਜਾ ਕੇ ਉਹ ਬਹਾਲ ਹੁੰਦੀ ਹੈ। ਤੇ ਇਸੇ ਤਰ੍ਹਾਂ ਰਾਹੁਲ ਗਾਂਧੀ ਨੂੰ 4 ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਲੱਗ ਜਾਂਦਾ। ਸਾਰੀਆਂ ਅਦਾਲਤਾਂ ਦੇ ਵਿੱਚ ਜਾਣ ਤੋਂ ਬਾਅਦ ਜਾ ਕੇ ਉਹਨਾਂ ਦੀ ਇਸ ਸਜ਼ਾ ਤੇ ਰੋਕ ਲੱਗਦੀ ਆ, ਜਦੋਂ ਸਿਖਰਲੀ ਅਦਾਲਤ ਉਸ ਤੇ ਰੋਕ ਲਾਉਂਦੀ ਆ। ਪਰ ਅੱਜ ਅਸੀਂ ਗੱਲ ਕਰਨੀ ਆ ਉਹਨਾਂ ਦੇ ਉਸ ਭਾਸ਼ਣ ਤੇ, ਕਿਉਂਕਿ ਬੜੀ ਦੇਰ ਤੋਂ ਸਾਰਿਆਂ ਨੂੰ ਉਮੀਦ ਸੀ, ਕਿਉਂਕਿ ਜਦੋਂ ਪਿਛਲੀ ਵਾਰੀ ਰਾਹੁਲ ਗਾਂਧੀ ਨੇ ਸਦਨ ਦੇ ਵਿੱਚ, ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ ਆਪਣਾ ਭਾਸ਼ਣ ਦਿੱਤਾ ਸੀ, ਤੇ ਤੁਹਾਨੂੰ ਯਾਦ ਹੋਣਾ ਜਦੋਂ ਉਹਨਾਂ ਨੇ ਗੌਤਮ ਅਡਾਨੀ ਦਾ ਜ਼ਿਕਰ ਕੀਤਾ। ਗੌਤਮ ਅਡਾਨੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੀ ਸੰਬੰਧ ਨੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਹਿੰਡਨਬਰਗ ਰਿਪੋਰਟ ਆਈ ਸੀ। ਉਸ ਰਿਪੋਰਟ ਦੇ ਵਿੱਚ तमाम ਤਰ੍ਹਾਂ ਦੇ ਇਲਜ਼ਾਮ ਲੱਗੇ ਸੀ ਗੌਤਮ ਅਡਾਨੀ ਦੇ, ਔਰ ਗੌਤਮ ਅਡਾਨੀ ਦੇ ਰਿਸ਼ਤਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਲਗਾਤਾਰ ਸਵਾਲ ਖੜੇ ਹੁੰਦੇ ਸੀ। ਜਦੋਂ ਸਦਨ ਦੇ ਵਿੱਚ ਪਿਛਲੀ ਸਪੀਚ ਦਿੱਤੀ ਪਿਛਲੀ ਵਾਰੀ ਤੇ ਫੋਟੋ ਤੱਕ ਦਿਖਾਤੀ, ਤੇ ਉਸ ਵਕਤ ਤੁਹਾਨੂੰ ਯਾਦ ਹੋਣਾ ਉਸੇ ਵਕਤ ਫਿਰ ਪ੍ਰੋਸੈਸ ਸ਼ੁਰੂ ਹੋ ਗਿਆ ਕਿ ਰਾਹੁਲ ਗਾਂਧੀ ਨੂੰ ਪਾਰਲੀਮੈਂਟ ਤੋਂ ਦੂਰ ਕਿਸ ਤਰ੍ਹਾਂ ਕਰਨਾ, ਔਰ ਉਸ ਤੋਂ ਬਾਅਦ ਜਿਹੜੀ ਮੈਂਬਰਸ਼ਿਪ ਜਾਂਦੀ ਹੈ ਉਹ ਤੁਹਾਨੂੰ ਪਤਾ ਹੀ ਆ। ਤੇ ਬਾਅਦ ਦੇ ਵਿੱਚ ਉਹ ਸਾਰੀ ਦੀ ਸਾਰੀ ਸਪੀਚ ਵੀ ਖਾਰਿਜ ਕਰ ਦਿੱਤੀ ਗਈ ਸੀ, ਪਾਰਲੀਮੈਂਟ ਚੋਂ ਐਕਸਪੰਜ ਕਰਤੀ ਗਈ ਸੀ, ਬਲਕਿ ਬਹੁਤ ਥੋੜਾ ਜਿਹਾ ਹਿੱਸਾ ਰੱਖਿਆ ਸੀ। ਹੁਣ ਅੱਜ ਦੀ ਤਰੀਕ ਦੇ ਵਿੱਚ ਜਦੋਂ ਬੀਤੇ ਕੱਲ ਇਹਨਾਂ ਨੇ ਬੋਲਣਾ ਸੀ, ਕਿਉਂਕਿ ਪਤਾ ਲੱਗਾ ਸੀ ਕਿ ਜਿਸ ਤਰ੍ਹਾਂ ਹੀ ਨੋ ਕੌਨਫੀਡੈਂਸ ਮੋਸ਼ਨ ਆਏਗਾ ਉਹ ਰਾਹੁਲ ਗਾਂਧੀ ਲੈ ਕੇ ਆਉਣਗੇ, ਪਰ ਅਚਾਨਕ ਜਿਹੜਾ ਇਹਦੇ ਵਿੱਚ ਤਬਦੀਲੀ ਆਈ, ਰਣਨੀਤੀ ਬਦਲੀ ਗਈ, ਤੇ ਗੌਰਵ ਗਗੋਈ ਇਹ ਮੈਂਬਰ ਨੇ, ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ, ਇਹਨਾਂ ਤੋਂ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਉਹ ਮੂਵ ਕਰਵਾਇਆ ਗਿਆ। ਬੇਭਰੋਸਗੀ ਦਾ ਮਤਾ ਇਹ ਲੈ ਕੇ ਆਏ, ਬਹੁਤ ਵਧੀਆ ਬੋਲੇ, ਇਹਨਾਂ ਨੇ ਵੀ ਸਵਾਲ ਖੜੇ ਕੀਤੇ। ਲੇਕਿਨ ਅੱਜ ਫਿਰ ਜਦੋਂ ਸਾਰਿਆਂ ਦੀ ਇਹ ਉਤਸੁਕਤਾ ਸੀ ਕਿ ਰਾਹੁਲ ਗਾਂਧੀ ਕਦੋਂ ਬੋਲਣਗੇ, ਤੇ ਅੱਜ ਉਹ 12 ਵਜੇ ਬੋਲਦੇ ਨੇ। ਸਦਨ ਆਉਂਦਾ ਤੇ 12:09 ਤੇ ਰਾਹੁਲ ਗਾਂਧੀ ਦੀ ਸਪੀਚ ਸ਼ੁਰੂ ਹੁੰਦੀ ਆ, ਔਰ ਲਗਭਗ 36 ਮਿੰਟ ਬੋਲਦੇ ਆ। ਸਭ ਤੋਂ ਪਹਿਲਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦਾ ਉਹ ਧੰਨਵਾਦ ਕਰਦੇ ਆ ਕਿ ਤੁਸੀਂ ਮੇਰੀ ਮੈਂਬਰਸ਼ਿਪ ਬਹਾਲ ਕਰਤੀ, ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ। ਪਰ ਨਾਲ ਦੀ ਨਾਲ ਉਹ ਕਹਿੰਦੇ ਆ ਸਾਰੇ ਸਦਨ ਨੂੰ, ਕਹਿੰਦੇ ਅੱਜ ਤੁਸੀਂ ਮੇਰਾ ਭਾਸ਼ਣ ਆਰਾਮ ਨਾਲ ਸੁਣਿਓ, ਕਿਉਂਕਿ ਅੱਜ ਮੈਂ ਤੁਹਾਨੂੰ ਕਿਸੇ ਮੁਸ਼ਕਿਲ 'ਚ ਨਹੀਂ ਪਾਊਂਗਾ। ਪਿਛਲੀ ਵਾਰੀ ਮੇਰੇ ਭਾਸ਼ਣ ਦੇ ਨਾਲ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਉਹ ਵੀ ਮੁਸ਼ਕਿਲ 'ਚ ਆ ਗਏ ਸੀ, ਤੁਸੀਂ ਵੀ ਮੁਸ਼ਕਿਲ 'ਚ ਆ ਗਏ ਸੀ, ਬੜਾ ਹੰਗਾਮਾ ਹੋਇਆ। ਹਾਂ, 1-2 ਗੋਲੇ ਮੈਂ ਜ਼ਰੂਰ ਸਿੱਟੂੰਗਾ। ਉਸ ਤੋਂ ਬਾਅਦ ਤੁਸੀਂ ਦੇਖੋ ਗੱਲ ਸ਼ੁਰੂ ਹੁੰਦੀ ਆ। ਉਹ ਕਹਿੰਦੇ ਨੇ ਕਿ ਮੈਂ ਆਪਣੀ 130 ਦਿਨਾਂ ਦੀ ਜਿਹੜੀ ਯਾਤਰਾ ਕੀਤੀ ਆ, ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਮਿਲਿਆ। ਇਸ ਯਾਤਰਾ ਦੇ ਦੌਰਾਨ ਜਿਹੜੀ ਮੈਂ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਸੀ ਤੇ ਜਾ ਕੇ ਸ਼੍ਰੀਨਗਰ ਦੇ ਵਿੱਚ ਖਤਮ ਕੀਤੀ ਸੀ, ਇਸ ਦੌਰਾਨ ਮੈਨੂੰ ਇੱਕ ਚੀਜ਼ ਦਾ ਅਹਿਸਾਸ ਹੋਇਆ ਕਿ ਸਭ ਤੋਂ ਲਾਜ਼ਮੀ ਹੁੰਦਾ ਲੋਕਾਂ ਦੀ ਆਵਾਜ਼ ਸੁਣਨੀ, ਆਵਾਮ ਦੀ ਆਵਾਜ਼ ਸੁਣਨੀ। ਜੇ ਉਹਨਾਂ ਦੀ ਅਸੀਂ ਆਵਾਜ਼ ਨਹੀਂ ਸੁਣਦੇ, ਉਹਨਾਂ ਦੀਆਂ ਮੁਸ਼ਕਲਾਂ ਨਹੀਂ ਸੁਣਦੇ, ਜਾਂ ਆਪਣੇ ਹੰਕਾਰ 'ਚ ਰਹਿੰਦੇ ਆ, ਇਸ ਗੱਲ ਤੇ ਉਹਨਾਂ ਨੇ ਬਾਰ-ਬਾਰ ਜ਼ੋਰ ਦਿੱਤਾ। ਜੇ ਹੰਕਾਰ 'ਚ ਰਹਿੰਦੇ ਆ ਤੇ ਫਿਰ ਅਸੀਂ ਇਸ ਮੁਲਕ ਦੀ ਸੇਵਾ ਨਹੀਂ ਕਰ ਸਕਦੇ, ਕਿਉਂਕਿ ਉਹ ਬਾਰ-ਬਾਰ ਇਸੇ ਗੱਲ ਤੇ ਲਿਆਉਣਾ ਚਾਹੁੰਦੇ ਸੀ। ਬਾਅਦ ਦੇ ਵਿੱਚ ਜਿਸ ਤਰ੍ਹਾਂ ਉਹ ਮਨੀਪੁਰ ਦੀ ਗੱਲ ਕਰਦੇ ਆ, ਕਹਿੰਦੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸ਼ਾਇਦ ਹੰਕਾਰ ਹੋ ਗਿਆ, ਇਸੇ ਕਰਕੇ ਉਹ ਨਾ ਤਾਂ ਮਨੀਪੁਰ ਜਾਂਦੇ ਨੇ, ਨਾ ਉਹ ਸਦਨ 'ਚ ਪਾਰਲੀਮੈਂਟ ਦੇ ਵਿੱਚ ਆਉਂਦੇ ਨੇ, ਨਾ ਸਾਡੇ ਸਵਾਲਾਂ ਦਾ ਜਵਾਬ ਦਿੰਦੇ ਨੇ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਹੰਕਾਰ ਆ, ਤੇ ਜੇ ਤੁਹਾਡੇ ਹੰਕਾਰ ਆ ਫਿਰ ਸੁਪਨੇ ਵੀ ਨਹੀਂ ਪੂਰੇ ਹੁੰਦੇ। ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਆਪਣੇ ਭਾਸ਼ਣ ਦੇ ਦੌਰਾਨ ਕਹੀਆਂ। ਵੈਸੇ ਜਿਸ ਆਸਾਨੀ ਦੇ ਨਾਲ ਮੈਂ ਤੁਹਾਨੂੰ ਦੱਸ ਰਿਹਾ, ਤੁਹਾਨੂੰ ਲੱਗਦਾ ਕਿ ਰਾਹੁਲ ਗਾਂਧੀ ਨੂੰ ਇੰਨੀ ਆਸਾਨੀ ਦੇ ਨਾਲ ਬੋਲ ਲੈਣ ਦਿੱਤਾ ਹੋਊਗਾ? ਬਾਰ-ਬਾਰ ਜਿਹੜੇ ਟ੍ਰੇਰੀ ਬੈਂਚਸ ਸੀ, ਸੱਤਾ ਪਾਰਟੀ ਸੀ, ਚਾਹੇ ਉਹਨਾਂ ਦੇ MP ਸੀ ਤੇ ਚਾਹੇ ਉਹਨਾਂ ਦੇ ਮੰਤਰੀ ਸੀ, ਬਾਰ-ਬਾਰ ਉੱਠਦੇ ਸੀ, ਡਿਸਰਪਟ ਕਰਦੇ ਸੀ, ਰੁਕਾਵਟ ਪੈਦਾ ਕਰਦੇ ਸੀ, ਤੇ ਓਮ ਬਿਰਲਾ ਨੂੰ ਬਾਰ-ਬਾਰ ਕਹਿਣਾ ਪੈਂਦਾ ਸੀ ਕਿ ਬਹਿ ਜਾਓ, ਘੱਟੋ ਘੱਟ ਇਹਨਾਂ ਨੂੰ ਸੁਣ ਲਓ। ਪਰ ਸ਼ਾਇਦ ਇੰਸਟਰਕਸ਼ਨਸ ਇੱਦਾਂ ਦੀਆਂ ਸੀ। ਇਸੇ ਦੌਰਾਨ 2 ਉਦਾਹਰਨਾਂ ਦਿੰਦੇ ਨੇ ਮਨੀਪੁਰ ਦੇ, ਕਹਿੰਦੇ ਮੈਂ ਮਨੀਪੁਰ ਗਿਆ ਸੀ, ਔਰ ਉੱਥੋਂ ਦੇ ਜਦੋਂ ਰਿਲੀਫ ਕੈਂਪਸ ਦੇ ਵਿੱਚ ਰਾਹਤ ਕੈਂਪ ਲੱਗੇ ਨੇ, ਉਹਨਾਂ ਦੇ ਵਿੱਚ ਮੈਨੂੰ 2 ਔਰਤਾਂ ਮਿਲੀਆਂ। ਪਹਿਲੀ ਔਰਤ ਨੂੰ ਮੈਂ ਪੁੱਛਿਆ ਕਿ ਉਹਦੇ ਨਾਲ ਕੀ ਹੋਇਆ, ਤੇ ਉਹਨੇ ਕਿਹਾ
कि मेरे छोटे बच्चे ਨੂੰ ਮੇਰੇ ਸਾਹਮਣੇ ਗੋਲੀ ਮਾਰਤੀ ਔਰ ਮੈਂ ਸਾਰੀ ਰਾਤ ਉਸ ਦੀ ਲਾਸ਼ ਦੇ ਨਾਲ ਪਈ ਰਹੀ। ਆਖਿਰਕਾਰ ਸਵੇਰੇ ਮੈਂ ਉਸ ਘਰ ਚੋਂ ਨਿਕਲੀ ਤੇ ਕੁਝ ਵੀ ਨਹੀਂ ਲੈ ਕੇ ਆਈ ਸਿਵਾਏ ਜਿਹੜੇ ਕੱਪੜੇ ਮੈਂ ਪਾਏ ਹੋਏ ਆ। ਦੂਸਰੀ ਔਰਤ ਮਿਲਦੀ ਹੈ, ਜਦੋਂ ਉਹਨੂੰ ਪੁੱਛਿਆ ਗਿਆ ਕਿ ਤੇਰੇ ਨਾਲ ਕੀ ਹੋਇਆ, ਉਹ ਕੰਬਣ ਲੱਗ ਗਈ। ਇੰਨੀ ਕੁ ਜ਼ਿਆਦਾ ਡਰੀ ਹੋਈ ਸੀ ਕਿ ਉਹਦੀ ਉਸੇ ਟਾਈਮ ਉੱਥੇ ਉਹ ਬੇਹੋਸ਼ ਹੋ ਗਈ, ਅਨਕੌਂਸ਼ੀਅਸ ਹੋ ਗਈ ਤੇ ਉਹਨੂੰ ਬਾਅਦ ਦੇ ਵਿੱਚ ਛਿੱਟੇ ਛੁੱਟੇ ਮਾਰ ਕੇ ਇੱਧਰ ਉਹਨੂੰ ਚੱਕਿਆ ਗਿਆ। ਇੰਨੇ ਬੁਰੇ ਹਾਲਾਤ ਸੀ ਤੇ ਇੱਥੇ ਫੇਰ ਰੌਲਾ ਪੈ ਗਿਆ, ਦੇਖੋ ਜੀ ਕਹਿੰਦੇ ਇਹ ਤਾਂ ਝੂਠ ਆ। ਤੇ ਰਾਹੁਲ ਗਾਂਧੀ ਨੂੰ ਬਲਕਿ ਇਹ ਵੀ ਕਹਿਣਾ ਪਿਆ, ਕਹਿੰਦੇ ਮੈਂ ਝੂਠ ਨਹੀਂ ਬੋਲਦਾ, ਝੂਠ ਤੁਸੀਂ ਹੋ ਸਕਦਾ ਬੋਲਦੇ ਹੋ। ਪਰ ਨਾਲ ਦੀ ਨਾਲ ਅਗਲੀ ਉਹਨਾਂ ਨੇ ਗੱਲ ਕਹੀ, ਕਹਿੰਦੇ ਮਨੀਪੁਰ ਦੇ ਵਿੱਚ ਦਰਅਸਲ ਇਸ ਸਰਕਾਰ ਨੇ, ਕੇਂਦਰ ਸਰਕਾਰ ਨੇ, ਮਨੀਪੁਰ ਦੀ ਸਰਕਾਰ ਨੇ ਹਿੰਦੁਸਤਾਨ ਦਾ ਕਤਲ ਕੀਤਾ। ਇਹਨਾਂ ਸਾਰਿਆਂ ਨੇ ਮਿਲ ਕੇ ਭਾਰਤ ਮਾਤਾ ਦਾ ਕਤਲ ਕੀਤਾ, हिंदुस्तान की आत्मा का कत्ल किया। पूरे देश को आप जलाने में लगे हो, आप पूरे देश में भारत माता की हत्या कर रहे हो। ਜਦੋਂ ਇਹ ਗੱਲਾਂ ਬਾਰ-ਬਾਰ ਕਹਿ ਰਹੇ ਸੀ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਹੰਗਾਮਾ ਹੋਇਆ ਹੋਵੇਗਾ। ਇੱਥੋਂ ਤੱਕ ਕਿ ਜਿਹੜੇ ਓਮ ਬਿਰਲਾ ਸੀ, ਜਿਹੜੇ ਲੋਕ ਸਭਾ ਦੇ ਸਪੀਕਰ ਆ, ਉਹਨਾਂ ਨੂੰ ਵੀ ਕਹਿਣਾ ਪਿਆ ਕਿ ਤੁਸੀਂ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਨਾ ਕਰੋ। ਸਾਬਕਾ ਲਾਅ ਮਿਨਿਸਟਰ ਕਿਰਨ ਰਿਜੀਜੂ ਨੂੰ ਵੀ ਲੱਗਿਆ ਕਿ ਮੇਰੀ ਡਿਊਟੀ ਬਣਦੀ ਹੈ, ਉੱਠ ਕੇ ਖੜੇ ਹੋ ਗਏ। ਮਨੀਪੁਰ ਤੇ ਨਹੀਂ ਕੋਈ ਗੱਲ ਕੀਤੀ, ਕਹਿੰਦੇ ਤੁਸੀਂ 60 ਸਾਲ ਤੋਂ ਵੀ ਵੱਧ ਰਾਜ ਕੀਤਾ। ਉਹੀ ਪੁਰਾਣੀ ਟੇਪ ਜਿਹੜੀ ਜਾਂ ਪਹਿਲਾਂ ਜਿਹੜੀਆਂ ਗੱਲਾਂ ਸੀ ਉਹਨਾਂ ਨੇ ਫੇਰ ਚਲਾਉਣੀਆਂ ਸ਼ੁਰੂ ਕੀਤੀਆਂ। ਤੇ ਫੇਰ ਦੁਬਾਰਾ ਇਹ ਗੱਲ ਰਾਹੁਲ ਗਾਂਧੀ ਨੇ ਜ਼ੋਰ ਦੇ ਕੇ ਗਈ ਕਿ ਤੁਸੀਂ ਦੇਸ਼ ਭਗਤ ਨਹੀਂ ਹੋ, ਤੁਸੀਂ ਅਸਲ ਦੇ ਵਿੱਚ ਦੇਸ਼ ਦਰੋਹੀ ਹੋ। ਕਿਉਂਕਿ ਜੇ ਤੁਸੀਂ ਦੇਸ਼ ਭਗਤ ਹੁੰਦੇ ਤਾਂ ਜਿਹੜੀ 3 ਮਹੀਨਿਆਂ ਤੋਂ ਵੀ ਵੱਧ ਦੀ ਉੱਥੇ ਹਿੰਸਾ ਚੱਲ ਰਹੀ ਆ, ਉਸ ਨੂੰ ਤੁਸੀਂ ਰੋਕ ਸਕਦੇ ਸੀ। ਬਲਕਿ ਰਾਹੁਲ ਗਾਂਧੀ ਨੇ ਇੱਕ ਗੱਲ ਹੋਰ ਜ਼ੋਰ ਦੇ ਕੇ ਕਹੀ, ਕਹਿੰਦੇ ਜੇ ਤੁਸੀਂ ਅੱਜ ਤੱਕ ਉੱਥੇ ਆਰਮੀ ਲਾਈ ਹੁੰਦੀ, ਉੱਥੇ ਡਿਫੈਂਸ ਫੋਰਸਿਸ ਲਾਈਆਂ ਹੁੰਦੀਆਂ, ਜੇ ਉੱਥੇ ਡਿਪਲੋਇਮੈਂਟ ਹੁੰਦੀ ਹੋਈ ਆਰਮੀ ਦੀ ਹੋਈ ਹੁੰਦੀ ਤੇ ਹੁਣ ਤੱਕ ਇਹ ਇੱਕ ਦਿਨ ਦੇ ਅੰਦਰ ਇਹ ਸਾਰੇ ਦੰਗੇ ਰੁਕ ਸਕਦੇ ਸੀ। ਪਰ ਤੁਸੀਂ ਰੋਕਣਾ ਨਹੀਂ ਚਾਹੁੰਦੇ ਕਿਉਂਕਿ ਤੁਸੀਂ ਡਿਵੀਜ਼ਨਸ ਕ੍ਰੀਏਟ ਕਰਨਾ ਚਾਹੁੰਦੇ ਹੋ, ਆਪਸ ਦੇ ਵਿੱਚ ਲੋਕਾਂ ਨੂੰ ਲੜਾਉਣਾ ਚਾਹੁੰਦੇ ਹੋ, ਤੋੜਨਾ ਚਾਹੁੰਦੇ ਹੋ। ਇਸੇ ਕਰਕੇ ਪਹਿਲਾਂ ਮਨੀਪੁਰ ਦੇ ਵਿੱਚ ਤੇ ਹੁਣ ਹਰਿਆਣੇ ਦੇ ਵਿੱਚ ਇਹ ਹਿੰਸਾ ਤੁਸੀਂ ਆਪ ਭੜਕਾਈ ਆ। ਔਰ ਇਹ ਜਿਹੜੀ ਹਿੰਸਾ ਪੂਰੇ ਹਿੰਦੁਸਤਾਨ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਤੁਸੀਂ ਫੈਲਾ ਦੋਗੇ ਸਿਰਫ ਤੇ ਸਿਰਫ ਆਪਣੀ ਸੱਤਾ ਦੇ ਕਾਬਜ਼ ਹੋਣ ਲਈ। ਇਹ ਸਾਰੀਆਂ ਗੱਲਾਂ ਜਦੋਂ ਸਦਨ ਦੇ ਵਿੱਚ ਆਈਆਂ ਤੇ ਤੁਸੀਂ ਆਪ ਸੋਚ ਸਕਦੇ ਹੋ ਕਿ ਸਦਨ ਦਾ ਕੀ ਹਾਲ ਹੋਊਗਾ। ਲਗਾਤਾਰ ਰਾਹੁਲ ਗਾਂਧੀ ਦੀ ਸਪੀਚ ਦਾ ਵਿਰੋਧ ਕੀਤਾ ਜਾ ਰਿਹਾ ਸੀ, ਉਹਨਾਂ ਦੇ ਖਿਲਾਫ ਰੌਲਾ ਪਾਇਆ ਜਾ ਰਿਹਾ ਸੀ। ਬਲਕਿ ਇੱਕ ਵਾਰੀ ਤਾਂ ਸਪੀਕਰ ਨੂੰ ਵੀ ਕਹਿਣਾ ਪੈ ਗਿਆ, ਕਹਿੰਦੇ ਇਹ ਤੁਹਾਡਾ ਤਰੀਕਾ ਠੀਕ ਨਹੀਂ ਆ। ਇਸ ਵਾਰੀ ਫੇਰ ਇੱਕ ਗੱਲ ਹੋਰ ਕਹਿਤੀ ਰਾਹੁਲ ਗਾਂਧੀ ਨੇ, ਕਹਿੰਦੇ ਇਹ ਜਿਹੜੇ ਪ੍ਰਧਾਨ ਮੰਤਰੀ ਆ ਸਾਡੀ ਤਾਂ ਗੱਲ ਸੁਣਦੇ ਨਹੀਂ, ਅਸੀਂ ਤਾਂ ਬਾਰ-ਬਾਰ ਇਹਨਾਂ ਨੂੰ ਬੁਲਾ ਲਿਆ ਕਿ ਸਦਨ ਦੇ ਵਿੱਚ ਆ ਕੇ ਜਵਾਬ ਦਿਓ, ਮਨੀਪੁਰ ਉੱਤੇ ਬੋਲੋ, ਮਨੀਪੁਰ ਸਾਡੇ ਭਾਰਤ ਦਾ ਹਿੱਸਾ, ਲੋਕ ਮਰ ਰਹੇ ਨੇ ਉੱਥੇ, ਪਰ ਇਹ ਤਾਂ ਬੋਲਦੇ ਹੀ ਨਹੀਂ। आपने मणिपुर में केरोसिन फेंकी, अपनी चिंगारी लगा दी, अब आप हरियाणा में कर रहे हो। केवल ते केवल 2 लोगों की यह गल सुनते ने, एक ने अमित शाह भारत के गृह मंत्री ते दूसरे ने गौतम अडानी। जिद्दां ही गौतम अडानी का नाम लिया, नाल दी नाल जिहड़े ट्रेजरी बेंचेस सी जां जिहड़े MP सी, सत्ताधारी पार्टी सी, उन्हां दे मंत्री सी, उठ के खड़े हो गए। फिर रौला पैना शुरू हो गया। इस तो बाद राहुल गांधी ने एक गल होर कही, कहते रावण नूं मेघनाथ या कुंभकर्ण ने नहीं सी मारिया, रावण नूं उस दे हंकार ने मारिया सी। इसे तरह उन्होंने कहा कि हनुमान ने लंका नूं अग नहीं सी लाई, रावण दे हंकार ने लंका नूं अग लाई सी। ते तीसरी गल वो कहते आ राम ने रावण नूं नहीं सी मारिया, रावण दे हंकार ने उस नूं मारिया सी। ਇਹ ਸਾਰੀਆਂ ਗੱਲਾਂ ਕਹਿ ਕੇ ਉਹ ਕਹਿੰਦੇ ਕਿ ਜੇ ਤੁਸੀਂ ਇਸੇ ਤਰ੍ਹਾਂ ਭਾਰਤ ਦੇ ਵਿੱਚ ਲੱਗੇ ਰਹੇ ਹਿੰਸਾ ਨੂੰ ਫੈਲਾਉਣ ਦੇ ਵਿੱਚ ਤੇ ਇਸ ਮੁਲਕ ਦੇ ਟੁਕੜੇ ਟੁਕੜੇ ਹੋ ਜਾਣਗੇ। ਇਸ ਕਰਕੇ ਇਸ ਹਿੰਸਾ ਨੂੰ ਇਮੀਡੀਏਟਲੀ ਰੋਕੋ, ਲੋਕਾਂ ਦੀ ਜਾਨ ਬਚਾਓ, ਲੋਕਾਂ ਦੀ ਮਾਲ ਦੀ ਰੱਖਿਆ ਕਰੋ, ਇਹ ਤੁਹਾਡੀ ਡਿਊਟੀ ਬਣਦੀ ਆ ਔਰ ਪਾਰਲੀਮੈਂਟ ਦੇ ਵਿੱਚ ਆ ਕੇ ਜਵਾਬ ਦਿਓ। ਇਸ ਤੋਂ ਬਾਅਦ ਸਮ੍ਰਿਤੀ ਇਰਾਨੀ ਜਿਹੜੀ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰ ਨੇ, ਉੱਠ ਕੇ ਬੋਲਣ ਲੱਗ ਜਾਂਦੇ ਨੇ मणिपुर तो साडा हिस्सा, मणिपुर तो भारत का हिस्सा, ये की गलत गल हो रही है, वो तो कोई टुटिया नहीं है। ये कोई गल्लां? गल तो सिर्फ इन्नी है कि उत्थे हिंसा क्यों हुई, सरकार उस लिए जिम्मेवार आ।
ਤੇ ਜੇ ਭਾਰਤ ਦੇ ਪ੍ਰਧਾਨ ਮੰਤਰੀ ਆ ਕੇ ਜਵਾਬ ਨਹੀਂ ਦਿੰਦੇ ਤਾਂ ਤੁਸੀਂ ਮੇਰੀ ਇੱਕ ਗੱਲ ਦੱਸੋ, ਅਸੀਂ ਸਾਰੇ ਲੋਕ ਟੈਕਸ ਪੇ ਕਰਦੇ ਆ, ਸਾਡੇ ਟੈਕਸ ਪੇਅਰਸ ਦੀ ਮਨੀ ਦੇ ਨਾਲ ਇਹਨਾਂ ਸਾਰੇ ਮੰਤਰੀਆਂ ਨੂੰ, ਮੁੱਖ ਮੰਤਰੀਆਂ ਨੂੰ, ਚਾਹੇ ਉਹ ਪ੍ਰਧਾਨ ਮੰਤਰੀ ਹੋਣ ਚਾਹੇ ਯੂਨੀਅਨ ਮਿਨਿਸਟਰਸ ਹੋਣ, ਇਹਨਾਂ ਨੂੰ ਐਸ਼ੋ ਆਰਾਮ, ਇਹਨਾਂ ਨੂੰ ਬੰਗਲੇ, ਇਹਨਾਂ ਨੂੰ ਗੱਡੀਆਂ, ਇਹਨਾਂ ਨੂੰ ਸਿਕਿਉਰਿਟੀ, ਇਹਨਾਂ ਨੂੰ ਜਹਾਜ਼, ਸਾਰਾ ਕੁਝ ਮਿਲਦੇ ਨੇ। ਤੇ ਕਿਉਂ ਮਿਲਦੇ ਨੇ? ਤਾਂ ਕਿ ਇਹ ਸਰਕਾਰਾਂ ਚਲਾਉਣ, ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਤੇ ਲੋਕਾਂ ਨੂੰ ਇੱਕ ਵਧੀਆ ਪ੍ਰਸ਼ਾਸਨ ਦੇਣ। ਇਸ ਕਰਕੇ ਨਹੀਂ ਹੈ ਕਿ ਇਹ ਸਦਨ ਦੇ ਵਿੱਚ ਆਉਣ ਹੀ ਨਾ, ਜਦੋਂ ਮਰਜ਼ੀ ਇਹ ਦਿਲ ਕਰੇ ਤੇ ਆਉਣ, ਜਦੋਂ ਮਰਜ਼ੀ ਦਿਲ ਕਰੇ ਨਾ ਆਉਣ। ਸੋ ਇਸ ਕਰਕੇ ਜੇ ਅਸੀਂ ਸਾਰਾ ਕੁਝ ਇਹ ਕਰਦੇ ਆ, ਇਹਨਾਂ ਨੂੰ ਚੁਣਦੇ ਆ, ਅਸੀਂ ਪੈਸੇ ਦਿੰਦੇ ਆ, ਸਾਡੇ ਟੈਕਸ ਪੇਅਰਸ ਦੀ ਮਨੀ ਦੇ ਨਾਲ ਇਹਨਾਂ ਦੀਆਂ ਸਾਰੀਆਂ ਸੁੱਖ ਸਹੂਲਤਾਂ ਹੁੰਦੀਆਂ ਨੇ, ਇਹਨਾਂ ਦੀ ਸੁਰੱਖਿਆ ਹੁੰਦੀ ਆ, ਤੇ ਕੀ ਇਹਨਾਂ ਦਾ ਫਰਜ਼ ਨਹੀਂ ਬਣਦਾ ਕਿ ਇਹ ਲੋਕਾਂ ਨੂੰ ਜਵਾਬ ਦੇਣ, ਖਾਸ ਤੌਰ ਤੇ ਉਹਨਾਂ ਗੱਲਾਂ ਦਾ ਜਿਸ ਕਰਕੇ ਲੋਕਾਂ ਦੀ ਜਾਨ ਤੇ ਮਾਲ ਜਾ ਰਹੀ ਹੈ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।